स्वागत करते हैं जी एक और फिर आप सब ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਰੱਬੀ ਦਰਗਾਹ ਦੇ ਬਾਰੇ ਅਸੀਂ ਬਹੁਤ ਵਾਰੀ ਪੜ੍ਹਦੇ ਹਾਂ, ਗੁਰਬਾਣੀ ਵਿੱਚ ਤਕਰੀਬਨ 256 ਵਾਰ ਇਸ ਦਾ ਇਸਤੇਮਾਲ ਕੀਤਾ ਗਿਆ ਹੈ। ਗੁਰਮਤ ਅਨੁਸਾਰ ਰੱਬੀ ਦਰਗਾਹ ਕੀ ਹੈ ਤੇ ਸਾਨੂੰ ਇਸ ਤੋਂ ਕੀ ਸੇਧ ਮਿਲਦੀ ਹੈ। ਅੱਜ ਦਰਗਾਹ ਦਾ ਲਫ਼ਜ਼ ਇਸਤੇਮਾਲ ਜਦੋਂ ਕੀਤਾ ਜਾਂਦਾ ਤਾਂ ਇੱਕ ਤਰ੍ਹਾਂ ਦਾ ਡਰ ਖੌਫ ਜੋ ਹੈ ਉਹ ਪੈਦਾ ਕੀਤਾ ਜਾਂਦਾ ਹੈ, ਪਰ ਅਸਲ ਵਿੱਚ ਗੁਰਮਤ ਅਨੁਸਾਰ ਰੱਬੀ ਦਰਗਾਹ ਕੀ ਹੈ ਤੇ ਇਸ ਤੋਂ ਅਸੀਂ ਕੀ ਸੇਧ ਲੈਣੀ ਹੈ, ਇਸ ਬਾਰੇ ਜਾਣਕਾਰੀ ਲੈਂਦੇ ਹਾਂ ਡਾਕਟਰ ਹਰਬੰਸ ਸਿੰਘ ਕੰਡੋਲਾ ਤੋਂ, ਜਿਹੜੇ ਕਿ ਸਾਡੇ ਕੋਲ ਨਿਰੰਤਰ ਇੱਥੇ ਆ ਕੇ ਅਹਿਮ ਟੌਪਿਕਸ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਨੇ, ਜਿਸ ਵਾਸਤੇ ਇਹਨਾਂ ਦੇ ਵੀ ਧੰਨਵਾਦੀ ਅਤੇ ਨਾਲ ਤੁਹਾਡੇ ਵੀ ਕਿ ਤੁਹਾਡੇ ਵੱਲੋਂ ਜੋ ਫੀਡਬੈਕ ਆਉਂਦੀ ਹੈ ਉਸ ਦੇ ਤਹਿਤ ਅਸੀਂ ਟੌਪਿਕਸ ਨੂੰ ਲੈ ਕੇ ਅੱਗੇ ਆ ਕੇ ਤੁਹਾਡੇ ਨਾਲ ਸਾਂਝ ਪਾਇਆ ਕਰਨੇ ਆ। ਸਵਾਗਤ ਕਰਦੇ ਹਾਂ ਡਾਕਟਰ ਹਰਬੰਸ ਸਿੰਘ ਕੰਡੋਲਾ ਦਾ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਆਪ ਜੀ ਨੇ ਦੱਸਿਆ ਹੈ ਕਿ ਦਰਗਾਹ ਲਫ਼ਜ਼ ਜਿਹੜਾ ਗੁਰਬਾਣੀ ਦੇ ਵਿੱਚ ਬਹੁਤ ਵਾਰੀ ਵਰਤਿਆ ਗਿਆ ਹੈ ਜੀ, ਤੇ ਇਹਨੂੰ ਜਿਹਨੂੰ ਰੱਬ ਦੀ ਕਚਹਿਰੀ, ਰੱਬ ਦੀ ਕੋਰਟ ਜਾਂ ਦੀਵਾਨ ਵੀ ਗੁਰਬਾਣੀ ਦੇ ਵਿੱਚ ਐਸਾ ਆਇਆ ਹੈਗਾ। ਇਹਦਾ ਜਿਹੜਾ ਅੱਜ ਦਾ ਮੈਂ ਦੱਸਾਂ ਵੀ ਆਪਣਾ ਕੀ ਮੈਸੇਜ ਇਹਦੇ ਵਿੱਚੋਂ ਕੀ ਲੈਣਾ ਹੈ। ਰਾਈਟ, ਮੈਸੇਜ ਇਹ ਹੈ ਕਿ ਇੱਕ ਦੁਨਿਆਵੀ ਕਚਹਿਰੀ ਹੈ, ਠੀਕ, ਇੱਕ ਜਸਟਿਸ ਸਿਸਟਮ ਹੈ। ਇੱਕ ਰੱਬੀ ਕਚਹਿਰੀ ਹੈ ਮਨੁੱਖ ਦੇ ਅੰਦਰ, ਇੱਕ ਉਹ ਜਸਟਿਸ ਸਿਸਟਮ ਹੈ। ਓਕੇ, ਕੋਈ ਮਨੁੱਖ ਗੁਨਾਹ ਕਰਕੇ ਦੁਨਿਆਵੀ ਕਚਹਿਰੀ ਚੋਂ ਬਰੀ ਹੋ ਸਕਦਾ ਹੈ। ਰੱਬੀ ਦਰਗਾਹ ਕਚਹਿਰੀ ਅੰਦਰ ਕੀਤੇ ਗੁਨਾਹ ਦਾ ਫਲ ਭੁਗਤਣਾ ਹੀ ਪੈਂਦਾ ਹੈ। ਠੀਕ, ਕੋਈ ਗੁਨਾਹ ਕਰਕੇ ਗੁਰਬਾਣੀ ਦਾ ਸਿਧਾਂਤ ਹੈ, ਕੋਈ ਗੁਨਾਹ ਕਰਕੇ ਮੌਜਾਂ ਨਹੀਂ ਮਾਣ ਸਕਦਾ। ਇਹ ਹੈ ਵੀ ਕੋਈ ਗੁਨਾਹ ਕਰਕੇ ਮੌਜਾਂ ਨਹੀਂ ਮਾਣ ਸਕਦਾ, ਖੁਸ਼ ਨਹੀਂ ਰਹਿ ਸਕਦਾ। ਇਹ ਗੁਰਮਤਿ ਦਾ ਮੁੱਢਲਾ ਸਿਧਾਂਤ ਹੈ। ਆਈ ਥਿੰਕ ਐਨੀ ਸਾਈਕੋਲੋਜਿਸਟ ਵਿਲ ਟੈਲ ਯੂ ਦੈਟ ਵੀ ਬੰਦਾ ਜਿਹੜਾ ਹੈਗਾ ਕ੍ਰੋਧ 'ਚ ਆ ਜਾਂ ਕਿਸੇ ਦੀ ਚੀਟਿੰਗ ਕਰਦਾ ਵੀ ਇਨਰ ਸਾਈਡ 'ਤੇ ਕੀ ਉਹ ਹੈਪੀ ਰਹਿ ਸਕਦਾ ਹੈਗਾ। ਅਸੀਂ ਇਸ ਦੀ ਜਿਹੜੇ ਗੁਰਮਤ ਦੇ ਸਿਧਾਂਤ ਦੀ ਵਿਚਾਰ ਕਰਨੀ ਹੈ ਕਿ ਗੁਰਮਤ ਦਾ ਜਿਹੜਾ ਦਰਗਾਹ, ਗੁਰਮਤ ਅਨੁਸਾਰ ਦਰਗਾਹ ਕੀ ਹੈ ਤੇ ਉਹਦੇ ਵਿੱਚੋਂ ਸਾਡਾ ਜੀਵਨ ਵਿਚਾਰ ਕਰਕੇ ਸਾਡੇ ਜੀਵਨ ਦੇ ਵਿੱਚ ਕੀ ਸੇਧ ਮਿਲਦੀ ਹੈ, ਅਸੀਂ ਕੀ ਤਬਦੀਲੀ ਲਿਆ ਸਕਦੇ ਹਾਂ। ਇਸ ਤੋਂ ਪਹਿਲਾਂ ਹਰਜੀਤ, ਮੈਂ ਇੱਕ ਹੋਰ ਇੱਥੇ ਆਪ ਦੇ ਨਾਲ ਸਾਂਝੀ ਕਰਨ ਨੂੰ ਕਹਣਾ ਵੀ ਜਦੋਂ ਗੁਰਬਾਣੀ ਦੇ ਸ਼ਬਦ ਸਿਧਾਂਤ ਦੀ ਵਿਚਾਰ ਕਰਦੇ ਹਾਂ ਨਾ ਜੀ, ਇਹ ਇੱਕ ਬਹੁਤ ਜ਼ਰੂਰੀ ਹੈ ਸਾਨੂੰ ਇਹ ਧਿਆਨ ਰੱਖਣਾ ਕਿ ਉਸ ਵਿਚਾਰ ਦਾ ਰੋਜ਼ਾਨਾ ਜੀਵਨ ਅੰਦਰ ਕੀ ਮਕਸਦ ਹੈ। ਐਬਸੋਲੂਟਲੀ, ਉਹ ਵਿਚਾਰ ਦੇ ਵਿੱਚੋਂ ਹਾਊ ਦੈਟ ਵਿਲ ਗਾਈਡ ਅਸ, ਹੈਲਪ ਅਸ ਟੂ ਬਿਕਮ ਗੁੱਡ ਹਿਊਮਨ ਬੀਇੰਗ। ਜੀ, ਦੈਟਸ ਅ ਬੇਸਿਕ ਪਰਪਸ, ਹੈ ਨਾ। ਰਾਈਟ, ਜੀਵਨ ਅੰਦਰ ਉਸ ਵਿਚਾਰ ਰਾਹੀਂ ਸਾਡੇ ਜੀਵਨ ਅੰਦਰ ਪੀਸ, ਹੈਪੀਨੈਸ, ਆਨੰਦ ਕਿਵੇਂ ਪ੍ਰਾਪਤ ਹੋ ਸਕਦਾ ਹੈ ਜੀ। ਔਰ ਇੱਕ ਹੋਰ ਵੀ ਗੱਲ ਹੈ ਵੀ ਜਿਹੜਾ ਮੈਸੇਜ ਹੁੰਦਾ ਨਾ, ਉਹ ਮੈਸੇਜ ਸ਼ੁੱਡ ਬੀ ਈਜ਼ੀ ਟੂ ਅੰਡਰਸਟੈਂਡ ਜੀ, ਤਾਂ ਕਿ ਲੋਕ ਸੰਗਤ ਉਹਨੂੰ ਪ੍ਰੈਕਟਿਸ ਕਰ ਸਕਣ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ। ਜਦੋਂ ਅਸੀਂ ਐਸਾ ਨਹੀਂ ਕਰਦੇ ਨਾ, ਇਹ ਅਗਲੀ ਜਿਹੜੀ ਜਨਰੇਸ਼ਨ ਆ ਉਹ ਸਾਡੇ ਸਿੱਖੀ ਤੋਂ ਦੂਰ ਹੁੰਦੀ ਜਾਵੇਗੀ। ਠੀਕ, ਕਿਉਂਕਿ ਅਸੀਂ ਉਹਦੇ 'ਚ ਉਹਨਾਂ ਦੀ ਜੀਵਨ ਦੇ ਨਾਲ ਰੈਲੇਵੈਂਸ ਨਹੀਂ ਹੈ ਜਾਂ ਉਹਨਾਂ ਦੀ ਚੈਲੰਜਸ ਦੀ ਕੋਈ ਸੋਲੂਸ਼ਨ ਆਫਰ ਨਹੀਂ ਹੈਗੀ ਤਾਂ ਤੇ ਉਹਨਾਂ ਨੇ ਫਿਰ ਉਸ ਨੂੰ ਉਹਦੇ ਲਾਗੇ ਦੈਨ ਇਟ ਇਜ਼ ਅ ਮੇਅਰ ਰਿਚੁਅਲ ਫॉर देम। ਤੇ ਫਿਰ ਇਹ ਜਿਹੜਾ ਗੈਪ ਆ ਨਾ, ਇਹ ਵੱਧਦਾ ਹੀ ਜਾਏਗਾ। ਔਰ ਅੱਜ ਦੇ ਸਾਡੇ ਯੂਥ ਦਾ ਇੱਕ ਇਹ ਵੱਡਾ ਕਾਰਨ ਹੈ ਕਿਉਂਕਿ ਜੋ ਅਸੀਂ ਪ੍ਰਚਾਰ ਗੁਰਦੁਆਰਿਆਂ ਵਿੱਚ ਜੋ ਵੀ ਕਰਦੇ ਹਾਂ, ਜੇ ਉਹਨਾਂ ਦੇ ਜੀਵਨ ਦੇ ਨਾਲ ਰੈਲੇਵੈਂਸ ਨਹੀਂ ਹੈਗਾ ਜਾਂ ਉਹਨਾਂ ਦੀਆਂ ਜਿਹੜੀਆਂ ਰੋਜ਼ਾਨਾ ਐਂਗਜ਼ਾਇਟੀ, ਸਟ੍ਰੈਸ, ਡਿਪਰੈਸ਼ਨਸ ਨੇ, ਉਹਨਾਂ ਨੂੰ ਅਲੀਵੀਏਟ ਕਰਨ ਦਾ ਕੋਈ ਸੋਲੂਸ਼ਨ ਆਫਰ ਨਹੀਂ ਕਰਦਾ, ਠੀਕ, ਤਾਂ ਵਾਈ ਵੁੱਡ ਦੇ ਅੰਡਰਸਟੈਂਡ, ਵਾਈ ਵੁੱਡ ਦੇ ਗੋ ਇਨ ਦੇਅਰ। ਸੋ ਇਹ ਜਿਸ ਤਰ੍ਹਾਂ ਦੱਸਿਆ ਵੀ ਇਹਦੇ ਜਿਹੜੇ ਬਹੁਤ ਵਾਰੀ 255 ਵਾਰੀ ਇਹ ਵਰਤਿਆ ਗਿਆ। ਜੋ ਪ੍ਰਚਲਿਤ ਵਿਸ਼ਵਾਸ ਦਰਗਾਹ ਬਾਰੇ ਹਰਪ੍ਰੀਤ ਜੀ ਬਣਿਆ ਹੋਇਆ ਜੀ ਕਿ ਇਹ ਹੈ ਕਿ ਮਰਨ ਤੋਂ ਬਾਅਦ ਰੱਬ ਦੀ ਕਚਹਿਰੀ, ਕੋਰਟ ਅੰਦਰ ਮਨੁੱਖ ਨੂੰ ਪੇਸ਼ ਹੋਣਾ ਪੈਂਦਾ ਹੈ। ਠੀਕ, ਓਕੇ, ਇਸ ਜੀਵਨ ਅੰਦਰ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਤੁਹਾਨੂੰ ਦੇਣਾ ਪੈਂਦਾ ਹੈ ਜੀ, ਤੇ ਉੱਥੇ ਫਿਰ ਤੁਹਾਨੂੰ ਉਹਦੇ ਆਧਾਰ ਤੇ ਰਿਵਾਰਡ ਜਾਂ ਪਨਿਸ਼ਮੈਂਟ ਮਿਲਦੀ ਹੈ ਜੀ। ਹੁਣ ਮੈਂ ਬਰੀਫਲੀ ਗੱਲ ਕਰਦੇ ਹਾਂ ਕਿ ਇਹਦਾ ਜਿਹੜਾ ਬੇਸਿਕ ਆਧਾਰ ਕੀ ਹੈ, ਇਹਦੇ ਪਿੱਛੇ ਸੋਚ ਕੀ ਹੈ ਜੀ। ਉਹ ਇਹ ਹੈ ਕਿ ਇਸ ਵਿਚਾਰਧਾਰਾ ਦਾ ਜਿਹੜਾ ਹੈਗਾ ਆਧਾਰ ਇਹ ਹੈ ਕਿ ਕੋਈ ਬੰਦਾ ਬਹੁਤ ਗੁਰਮੁਖ ਹੈ, ਧਰਮੀ ਹੈ, ਹਮੇਸ਼ਾ ਭਲੇ ਕੰਮ ਕਰਦਾ, ਦੂਜਿਆਂ ਨੂੰ ਸੁੱਖ ਹੀ ਦਿੰਦਾ, ਪਰ ਉਹਨੂੰ ਜੀਵਨ ਅੰਦਰ ਬੜੀਆਂ ਮੁਸੀਬਤਾਂ ਆਉਂਦੀਆਂ ਨੇ ਜੀ, ਬਿਮਾਰੀ ਪੈ ਜਾਂਦੀ ਹੈ, ਪਰਿਵਾਰ ਦਾ ਜੀਵ ਦਾ ਵਿਛੋੜਾ ਹੋ ਜਾਂਦਾ ਹੈ, ਤਾਂ ਫਿਰ ਸਵਾਲ ਇਹ ਉੱਠਿਆ ਕਿ ਉਹਨੇ ਤਾਂ ਕਿਸੇ ਦਾ ਬੁਰਾ ਕੀਤਾ ਹੀ ਨਹੀਂ, ਉਹਨੂੰ ਇਹ ਮੁਸੀਬਤਾਂ ਕਿਉਂ ਆਈਆਂ? ਠੀਕ,
ਫਿਰ ਉਹਦਾ ਆਨਸਰ ਐਕਸਪਲੇਨੇਸ਼ਨ ਇਹ ਦਿੱਤੀ ਹੈਗੀ ਜਸਟਰ ਆਫਟਰ ਡੈਥ, ਹਾਂਜੀ ਵੀ ਤੈਨੂੰ ਮਰਨ ਤੋਂ ਬਾਅਦ ਸਵਰਗ ਮਿਲੇਗਾ। ਠੀਕ। ਅੱਛਾ, ਉਸ ਦੇ ਉਲਟ ਬਹੁਤ ਬੁਰੇ ਕੋਈ ਕੰਮ ਕੀਤੇ ਨੇ ਹਨ, ਠੱਗੀ ਠੋਰੀਆਂ ਕਰਦਾ ਹੈਗਾ, ਚੋਰੀ ਫਰਾਡ ਵਗੈਰਾ ਕਰਦਾ ਤੇ ਮੌਜਾਂ ਕਰਦਾ ਫਿਰਦਾ ਹੈਗਾ, ਤੇ ਇਹ ਕਿਹੜਾ ਜਸਟਿਸ ਹੋਇਆ ਬਈ ਉਹਨੂੰ ਉਹਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਸੀ। ਫਿਰ ਉਹਦੀ ਐਕਸਪਲੇਨੇਸ਼ਨ ਇਹ ਹੈਗੀ ਆ ਜਸਟਿਸ ਆਫਟਰ ਡੈਥ, ਤੇ ਉਹਨੂੰ ਨਰਕ ਮਿਲੂਗਾ। ਠੀਕ। ਔਰ ਇਹ ਵੀ ਵਿਸ਼ਵਾਸ ਨਾਲ ਬਣਿਆ ਹੋਇਆ ਕਿ ਸਵਰਗ ਦੇ ਰਿਵਾਰਡ ਕਾਰਨ ਬੰਦਾ ਚੰਗੇ ਕੰਮ ਕਰੂਗਾ, ਨਰਕ ਦੇ ਡਰ ਕਰਕੇ ਬੰਦਾ ਮੰਦੇ ਕੰਮ ਨਹੀਂ ਕਰੂਗਾ। ਇਹ ਸਾਡਾ ਵਿਸ਼ਵਾਸ ਹੈ। ਨਰਕ ਦੇ ਡਰ ਕਰਕੇ ਮੰਦੇ ਕੰਮ ਨਹੀਂ ਕਰੂਗਾ, ਮਨੁੱਖ ਦੇ ਚੰਗੇ ਮਾੜੇ ਹੋਣ ਦਾ ਫਿਰ ਜਿਹੜਾ ਇਨਸੈਂਟਿਵ ਸੀ ਨਾ, ਉਹ ਰਿਵਾਰਡ ਜਾਂ ਪਨਿਸ਼ਮੈਂਟ ਮੰਨਿਆ ਗਿਆ। ਠੀਕ ਹੈ ਨਾ। ਔਰ ਹਰਪ੍ਰੀਤ ਜੀ ਇਹਦੇ 'ਚ ਬਈ ਕਈ ਵਾਰੀ ਜਦੋਂ ਆਪਾਂ ਇਹ ਕਰਦੇ ਹੈਗੇ ਆ ਬਈ ਅਸੀਂ ਵੇਖਦੇ ਹਾਂ ਕਿ ਇਸ ਵਿਚਾਰਧਾਰਾ ਅੰਦਰ ਬਈ ਸਵਰਗ ਦੇ ਰਿਵਾਰਡ ਦੇ ਮਨੁੱਖ ਨੂੰ ਕਦੇ ਗੁਰਮੁਖ ਨਹੀਂ ਬਣਾਇਆ ਜਾਂ ਚੰਗਾ ਹਿਊਮਨ ਨਹੀਂ ਬਣਾਇਆ। ਅੱਜ ਤਾਂ ਅਸੀਂ ਦੇਖਦੇ ਹਾਂ ਬਈ ਇਹ ਸਵਰਗ ਦਾ ਰਿਵਾਰਡ ਦੇ ਕੇ ਕੋਈ ਗੁਰਮੁਖ ਬਣਿਆ, ਕੋਈ ਬੈਟਰ ਹਿਊਮਨ ਬਣਿਆ, ਤੇ ਨਾ ਹੀ ਨਰਕ ਦੇ ਡਰ ਦੇ ਕਾਰਨ ਕੋਈ ਮਾੜੇ ਕੰਮ ਅਨਰਥ ਕਰਨ ਤੋਂ ਰੁਕਿਆ। ਲਾਲਚ ਦੇ ਕੇ ਤਾਂ ਅਸੀਂ ਕਿਸੇ ਬੱਚੇ ਨੂੰ ਵੀ ਨਹੀਂ ਸੁਧਾਰ ਸਕਦੇ। ਪਰ ਇੱਥੇ ਹਰਪ੍ਰੀਤ ਜੀ ਮੈਂ ਇਹ ਗੱਲ ਕਰਨੀ ਕਿ ਕੋਈ ਵੀ ਜਦੋਂ ਆਪਾਂ ਲਾਈਫ ਆਫਟਰ ਡੈਥ ਦਾ ਵਿਸ਼ਾ ਡਿਸਕਸ ਕਰਦੇ ਹੈਗੇ ਆ ਨਾ, ਨਰਕ ਸੁਰਗ, ਟਰਾਂਸਮਾਈਗ੍ਰੇਸ਼ਨ, ਕਰਮਾ ਥਿਊਰੀ ਵਗੈਰਾ ਵਗੈਰਾ ਦਾ ਬੜੇ ਕੰਟੈਂਸ਼ੀਅਸ ਜੇ ਇਸ਼ੂ ਬਣ ਜਾਂਦੇ ਨੇ। ਰਾਈਟ। ਪਰ ਸਾਡਾ ਮਕਸਦ ਆਪਣਾ ਇਸ ਨੂੰ ਡਿਸਕਸ ਕਰਨ ਦਾ ਮਕਸਦ ਇਹੀ ਹੈ ਕਿ ਅਸੀਂ ਦਰਗਾਹ ਬਾਰੇ ਵਿਚਾਰ ਕਰਨ ਤੋਂ ਇਹੋ ਹੀ ਹੈ ਕਿ ਇਹਨਾਂ ਵਹਿਮਾਂ ਭਰਮਾਂ ਤੋਂ, ਅਸੀਂ ਸੁਪਰਸਟੀਸ਼ੀਅਸ ਬਲੀਫ ਸਿਸਟਮ ਤੋਂ ਉੱਪਰ ਉੱਠ ਕੇ, ਅਸੀਂ ਇਹਨਾਂ ਤੋਂ ਉੱਪਰ ਉੱਠ ਕੇ ਸੱਚ ਦਾ ਮਾਰਗ ਆਪਾਂ ਜੀਵਨ ਦੇ ਵਿੱਚ ਅਪਣਾ ਸਕੀਏ। ਜੀਵਨ ਅੰਦਰ ਖੁਸ਼ੀਆਂ, ਪੀਸ, ਹੈਪੀਨੈਸ ਇਹ ਅਸੀਂ ਮਾਣ ਸਕੀਏ। ਅਸਾਂ ਵਿਚਾਰ ਕਰਨੀ ਹੈ ਕਿ ਗੁਰਮਤ ਦਾ ਦਰਗਾਹ ਬਾਰੇ ਮੁੱਢਲਾ ਸਿਧਾਂਤ ਕੀ ਹੈ। ਅਸੀਂ ਫਿਰ ਉਹਦਾ ਵੀ ਸਾਡੇ ਜੀਵਨ ਅੰਦਰ ਮਕਸਦ ਕੀ ਹੈ ਕਿ ਹਾਊ ਦੈਟ ਇਜ਼ ਗੋਇੰਗ ਟੂ ਹੈਲਪ ਅਸ, ਇਹ ਵਿਚਾਰ ਕਰਦੇ ਹਾਂ ਹਾਊ ਦੈਟ ਇਜ਼ ਗੋਇੰਗ ਟੂ ਹੈਲਪ ਅਸ ਬਿਕਮ ਗੁੱਡ ਹਿਊਮਨ ਬੀਇੰਗ, ਜਾਂ ਅਸੀਂ ਪੀਸ ਹੈਪੀਨੈਸ ਕਰ ਸਕਦੇ ਹਾਂ। ਪਰ ਇੱਕ ਗੱਲ ਹਰਪ੍ਰੀਤ ਜੀ ਇਹ ਜ਼ਰੂਰੀ ਇੱਥੇ ਮੈਂ ਸਮਝਦਾ ਹਾਂ, ਆਪ ਜੀ ਵੀ ਦੱਸ ਸਕਦੇ ਹਾਂ ਵੀ ਜਿਹੜੇ ਅੱਜ ਦਾ ਜੋ 21ਵੀਂ ਸਦੀ ਦਾ ਜੋ ਨੌਜਵਾਨ ਹੈ ਨਾ, ਟੈਕਨੋਲੋਜੀ ਤੇ ਸਾਇੰਸ ਦੇ ਜਿਹੜਾ ਯੁੱਗ ਹੈਗਾ ਬਈ ਉਹ ਇਹਨਾਂ ਹੈਲ ਹੈਵਨ ਵਗੈਰਾ ਵਗੈਰਾ ਥਿਊਰੀਆਂ, ਰੱਬ ਕਿਤੇ ਉੱਪਰ ਹੈ, ਵਰਥਲੈਸ ਰਿਚੁਅਲਸ ਆ, ਅੱਜ ਦਾ ਨੌਜਵਾਨ ਉਹਨੂੰ ਐਕਸੈਪਟ ਨਹੀਂ ਕਰਦਾ। ਇਹ ਸਾਨੂੰ ਸਮਝ ਲੈਣਾ ਚਾਹੀਦਾ, ਜਿਹੜੇ ਵੀ ਕੋਈ ਪ੍ਰਚਾਰਕ ਨੇ ਜਾਂ ਕਿਵੇਂ ਨੇ, ਸਮਝ ਲੈਣਾ ਚਾਹੀਦਾ ਵੀ ਉਹ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ ਹੈਗਾ। ਸਾਡਾ ਫੋਕਸ ਤਾਂ ਅੱਜ ਹੋਣਾ ਚਾਹੀਦਾ ਹੈ ਕਿ ਇਹ ਜੀਵਨ ਇਹ ਹੋਣਾ ਚਾਹੀਦਾ ਵਾਟ ਇਟ ਮੀਨਸ ਟੂ ਮੀਨ ਟੁਡੇ। ਅੱਜ ਦੇ ਸਾਡੇ ਜੀਵਨ ਦੇ ਵਿੱਚ ਇਸ ਤੋਂ ਕੀ ਸਲਾਹ ਮਿਲਦੀ ਹੈਗੀ ਆ, ਕਿਉਂਕਿ ਨੌਜਵਾਨ ਉਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ। ਸਾਨੂੰ ਨੌਜਵਾਨ ਨਾਲ ਫਿਰ ਇਹੀ ਕਮਿਊਨੀਕੇਟ ਕਰਨਾ ਪਊਗਾ ਕਿ ਇਹ ਵਿਚਾਰ ਦਾ ਤੁਹਾਡੇ ਅੱਜ ਦੇ ਜੀਵਨ ਨਾਲ ਕੀ ਸੰਬੰਧ ਹੈ ਨਾ, ਉਸ ਨੂੰ ਮੋਹਰੇ ਰੱਖ ਕੇ ਸਾਨੂੰ ਕਰਨਾ ਪੈਂਦਾ। ਹੁਣ ਇਸ ਡਿਸਕਸ਼ਨ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈਗਾ ਕਿ ਇਹ ਰੱਬੀ ਦਰਗਾਹ ਤੋਂ ਗੁਰਬਾਣੀ ਦੇ ਅਨੁਸਾਰ ਇਹ ਰੱਬ ਜੀ ਦਾ, ਕੁਦਰਤ ਦਾ, ਨਿਆਂ ਦਾ ਸਿਸਟਮ ਹੈ, ਇੱਕ ਜਸਟਿਸ ਸਿਸਟਮ ਹੈ ਰੱਬੀ। ਜਸਟਿਸ ਸਾਡੇ ਅੰਦਰ ਹੈ, ਇਹ ਲਾਜ਼ ਆਫ ਨੇਚਰ ਹੈ, ਜਿਸ ਅੰਦਰ ਜੈਸਾ ਕੋਈ ਕਰਮ ਕਰਦਾ ਹੈ ਉਸ ਦਾ ਫਲ, ਉਸ ਦਾ ਕੌਨਸੀਕੁਐਂਸ ਇਸੇ ਜਨਮ ਅੰਦਰ, ਰੋਜ਼ਾਨਾ ਜੀਵਨ ਅੰਦਰ ਉਹਨੂੰ ਭੁਗਤਣਾ ਪੈਂਦਾ ਹੈ। ਦ ਫੇਸ ਦਾ ਕੌਨਸੀਕੁਐਂਸਿਸ ਹੀਅਰ ਐਂਡ ਨਾਓ। ਤੇ ਉਹਦੇ ਵਿੱਚ ਗੁਰਬਾਣੀ ਕਹਿੰਦੇ ਵੇਖੋ ਭਾਈ ਵੇਖੋ, ਨਿਉ ਸੱਚ ਕਰਤੇਗਾ, ਜਿਹਾ ਕੋਈ ਕਰੇ ਤੇਹਾ ਕੋਈ ਪਾਏ। ਤੇ ਇਹ ਗੁਰਮੁਖ ਦਾ ਸਿਧਾਂਤ ਹੈ। ਪਰ ਫਰਕ ਇੰਨਾ ਹੀ ਹੈਗਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਕਸੂਰ ਕਰਕੇ ਕੋਈ ਰੱਬੀ ਜਿਹੜੀ ਦਰਗਾਹ ਹੈ, ਮਤਲਬ ਕਸੂਰ ਕਰਕੇ ਕੋਈ ਮਨੁੱਖਤਾ ਦੀ ਦਰਗਾਹ 'ਚੋਂ ਬਰੀ ਹੋ ਸਕਦਾ ਹੈ, ਕਸੂਰ ਕਰਕੇ ਕਈ ਵਾਰੀ ਬੇਕਸੂਰਾ ਵੀ ਫਸ ਜਾਂਦਾ। ਪਰ ਕੁਦਰਤ ਦੇ ਜਸਟਿਸ ਸਿਸਟਮ ਦੇ ਅੰਦਰ ਇਹਦੇ ਐਸਾ ਕੋਈ ਨਹੀਂ ਹੈ, ਉਹਨੂੰ ਕਨਸੀਕੁਐਂਸਿਸ ਫੇਸ ਕਰਨੇ ਪੈਂਦੇ ਹੈ। ਗੁਰਮਤ ਦਾ ਜਿਹੜਾ ਇਹ ਸਿਧਾਂਤ ਹੈ, ਫੈਸਲਾ ਹੈ ਕਿ ਮਾਨਸਾਂ ਕਿਉਂ ਦੀਵਾਨੋਂ ਕੋਈ ਨਸ ਭੱਜ ਨਿਕਲੇ, ਹਰ ਦੀਵਾਨੋਂ ਕੋਈ ਕਿੱਥੇ ਜਾਇਆ। ਇਹ ਗੁਰੂ ਦੀ ਸੋਚ ਹੈ, ਪਰ ਦਿਸ ਇਜ਼ ਗੁਰਬਾਣੀ ਦਾ ਹੈ। ਇਟਸ ਅ ਵੈਰੀ ਇੰਪੋਰਟੈਂਟ। ਕੁਦਰਤ ਦੇ ਜਸਟਿਸ ਸਿਸਟਮ ਵਿੱਚੋਂ ਕੋਈ ਕਸੂਰ ਕਰਕੇ ਬਰੀ ਨਹੀਂ ਹੋ ਸਕਦਾ, ਕੋਈ ਮੌਜਾਂ ਨਹੀਂ ਮਾਣ ਸਕਦਾ। ਇਹ ਸਾਨੂੰ ਸਮਝ ਪੈ ਜਾਣੀ ਚਾਹੀਦੀ ਹੈ। ਗੁਰੂ ਨਾਨਕ ਪਾਤਸ਼ਾਹ ਤਾਂ ਇਸ ਦੇ ਬਾਰੇ ਜੇ ਇੱਥੋਂ ਤੱਕ ਕਹਿੰਦੇ ਹੈਗੇ ਨੇ, ਐ ਕਰ ਕਰੇ ਸੋ ਐ ਕਰ ਪਾਏ,
ਕੋਈ ਨਾ ਪਕੜੀਏ ਕਿਸੇ ਥਾਏ। ਠੀਕ। ਬੜੀ ਕਮਾਲ ਦੀ ਗੱਲ ਕੀਤੀ ਹੈ। ਯਾ ਕਹਿੰਦੇ ਵੀ ਅਧਿਆਤਮਕ ਸਪਿਰਚੁਅਲ ਦੁਨੀਆ ਦੇ ਅੰਦਰ ਇੱਕ ਹੱਥ ਨਾਲ ਤੂੰ ਕੋ ਕਰਮ ਕਰ ਲੈ ਜੀ ਤੇ ਦੂਜੇ ਹੱਥ ਤੂੰ ਉਹਦੇ ਕਨਸੀਕੁਐਂਸਸ ਫੇਸ ਫੇਸ ਕਰ ਲਾ ਹੇਅਰ ਐਂਡ ਨਾਓ। ਐਬਸੋਲੂਟਲੀ। ਕੁਦਰਤ ਦੇ ਨਿਯਮ ਅਨੁਸਾਰ ਸਜ਼ਾ ਉਸੇ ਨੂੰ ਮਿਲਦੀ ਹੈ, ਗੁਰੂ ਸਾਹਿਬ ਕਹਿੰਦੇ ਨੇ, ਜਿਹੜਾ ਕੋ ਕਰਮ ਕਰਦਾ ਹੈ। ਇਹ ਕੁਦਰਤ ਦਾ ਨਿਯਮ ਹੈ। ਮਨੁੱਖਾਂ ਦੀ ਕੋਰਟ ਦੇ ਵਿੱਚ ਤਾਂ ਗਲਤ ਨੂੰ ਸਜ਼ਾ ਮਿਲ ਸਕਦੀ ਹੈ, ਠੀਕ। ਪਰ ਗੁਰੂ ਸਾਹਿਬ ਕਹਿੰਦੇ ਨੇ ਕੁਦਰਤ ਦਾ ਨਿਯਮ ਹੈ, ਜਦੋਂ ਤੂੰ ਮਾੜੇ ਕੰਮ ਕਰਦਾ ਹੈਗਾ ਤੈਨੂੰ ਸਜ਼ਾ ਉਸੇ ਨੂੰ ਮਿਲਦੀ ਹੈ। ਐਬਸੋਲੂਟਲੀ। ਜਿਹੜਾ ਤੁਸੀਂ ਗੱਲ ਕੀਤੀ ਹੇਅਰ ਐਂਡ ਨਾਓ ਵਾਲਾ ਜਿਹੜਾ ਕਨਸੈਪਟ ਹੈ, ਅੱਜ ਇਹ ਵੀ ਪ੍ਰੋਪੇਗੇਟ ਕੀਤਾ ਜਾ ਰਿਹਾ ਹੈ ਪੂਰੀ ਦੁਨੀਆ ਭਰ ਵਿੱਚ ਜਿਹੜੇ ਸਾਡੇ ਫਿਲਾਸਫਰਸ ਹੈਗੇ ਨੇ, ਕਿਉਂਕਿ ਜੋ ਮੈਂ ਕੀਆ ਸੋ ਮੈਂ ਪਾਇਆ ਵਾਲਾ ਜਿਹੜਾ ਕਨਸੈਪਟ ਹੈਗਾ ਉਹ ਸਿੱਖੀ ਦਾ, ਕਿ ਭਈ ਇਹ ਅੱਗੇ ਕੀ ਹੋਣਾ ਸਾਨੂੰ ਨਹੀਂ ਪਤਾ, ਲੇਕਿਨ ਇਸ ਜਨਮ ਵਿੱਚ ਹੀ ਜੋ ਤੁਸੀਂ ਕਰ ਰਹੇ ਹੋ ਉੱਥੇ ਹੀ ਤੁਹਾਨੂੰ ਉਹਦਾ ਰਿਜ਼ਲਟ ਮਿਲ ਜਾਣਾ ਹੈ। ਇਸ ਬਾਰੇ ਹੋਰ ਚਰਚਾ ਕਰਨੀ ਹੈ ਇਸ ਬ੍ਰੇਕ ਤੋਂ ਬਾਅਦ। ਗੁਰਮਤਿ ਅਨੁਸਾਰ ਦਰਗਾਹ ਦਾ ਕੀ ਕਨਸੈਪਟ ਹੈ ਤੇ ਇਸ ਵਿੱਚੋਂ ਕੀ ਅਸੀਂ ਜੀਵਨ ਸੇਧ ਲੈਣੀ ਹੈ, ਇਸ ਸੰਬੰਧ ਵਿੱਚ ਅਸੀਂ ਜਾਣਕਾਰੀ ਲੈ ਰਹੇ ਹਾਂ ਡਾਕਟਰ ਹਰਬੰਸ ਸਿੰਘ ਖੰਡੋਲਾ ਤੋਂ। ਬ੍ਰੇਕ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੇਅਰ ਐਂਡ ਨਾਓ ਦੀ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਲੌਜਿਕ ਦੇ ਆਧਾਰ 'ਤੇ ਗੱਲ ਕਰਦਾ ਹੈ ਅਤੇ ਦੇਖ ਰਿਹਾ ਹੈ ਕਿ ਜਦੋਂ ਉਹ ਚੀਜ਼ ਧਰਮ ਦੀ ਜਦੋਂ ਗੱਲ ਹੁੰਦੀ ਹੈ, ਜੇਕਰ ਉਸ ਲੌਜਿਕ ਲੈਵਲ ਤੇ ਨਹੀਂ ਅੜਦੀ ਤਾਂ ਉਸ ਨੂੰ ਉਹ ਫਿਰ ਨਕਾਰ ਦਿੰਦਾ ਹੈ। ਇਹੀ ਕਾਰਨ ਹੈ ਕਿ ਅੱਜ ਅਸੀਂ ਸਹੀ ਇੰਟਰਪ੍ਰੀਟੇਸ਼ਨ ਜੋ ਗੁਰਬਾਣੀ ਦੀ ਨਹੀਂ ਕਰ ਸਕ ਰਹੇ। ਨਰਕ ਸਵਰਗ ਦਾ ਜਿਹੜਾ ਕਨਸੈਪਟ ਅਜੇ ਵੀ ਕਿ 7ਵੇਂ ਅਸਮਾਨ ਤੇ ਕੋਈ ਰੱਬ ਬੈਠਾ ਹੈ, ਉੱਥੇ ਕੋਈ ਕੋਰਟ ਲੱਗਦੀ ਹੈ, ਇਹੋ ਜਿਹੀਆਂ ਜਦੋਂ ਗੱਲਾਂ ਹੁੰਦੀਆਂ ਨੇ ਤਾਂ ਇੱਕ ਤਰ੍ਹਾਂ ਦੀਆਂ ਹਾਸੋਹੀਣੀਆਂ ਹੋ ਜਾਂਦੀਆਂ ਨੇ, ਜਿਸ ਕਰਕੇ ਅੱਜ ਨੌਜਵਾਨ ਖਾਸ ਤੌਰ ਉੱਤੇ ਧਰਮ ਤੋਂ ਪਿਛੜਦਾ ਜਾ ਰਿਹਾ ਹੈ। ਇਸੇ ਸੰਬੰਧ ਵਿੱਚ ਆਓ ਹੋਰ ਗੱਲਬਾਤ ਕਰਦੇ ਹਾਂ ਕਿ ਇਹ ਦਰਗਾਹ ਦਾ ਜਿਹੜਾ ਕਨਸੈਪਟ ਹੈ ਗੁਰਮਤਿ ਅਨੁਸਾਰ ਕੀ ਹੈ ਤੇ ਇਸ ਵਿੱਚੋਂ ਅਸੀਂ ਕੀ ਸਿੱਖਣਾ ਹੈ। ਜੀ ਡਾਕਟਰ ਹਰਬੀਰ ਜੀ, ਆਪਾਂ ਗੱਲ ਕਰਦੇ ਰੱਬੀ ਦਰਗਾਹ ਦੀ। ਹੁਣ ਗੁਰਮਤਿ ਅੰਦਰ ਜਿਹੜੀ ਦਰਗਾਹ, ਕਿਹੜੀ ਦਰਗਾਹ ਦੀ ਗੱਲ ਕਰਦੀ ਹੈ? ਗੁਰਮਤਿ ਕਿਹੜੀ ਦਰਗਾਹ ਦੀ ਗੱਲ ਕਰਦੀ ਹੈ? ਰੱਬੀ ਦਰਗਾਹ ਦੀ ਹੈ ਨਾ। ਬਈ ਦੇਖੋ, ਹੁਣ ਗੁਰਮਤਿ ਦਾ ਸਿਧਾਂਤ ਹੈ ਬਈ ਰੱਬ ਜੀ ਤਾਂ ਸ਼ਬਦ ਗੁਰੂ ਨੇ, ਬਾਣੀ ਗੁਰੂ ਆ, ਗੁਣੀ ਨਿਧਾਨ ਰੱਬ ਜੀ ਨੇ, ਟ੍ਰੀਅਰ ਆਫ ਵਰਚੂਸ ਨੇ, ਰੱਬ ਜੀ ਨਿਰੰਕਾਰ ਨੇ, ਰੱਬ ਜੀ ਮਨੁੱਖ ਦੇ ਅੰਦਰ ਵਸਦੇ ਨੇ। ਹੁਣ ਐਸੇ ਰੱਬ ਜੀ ਦੀ ਕਚਹਿਰੀ, ਕੋਰਟ, ਦਰਗਾਹ ਕੈਸੀ ਹੋ ਸਕਦੀ ਹੈ? ਕੋਈ 7ਵੇਂ ਅਸਮਾਨ ਤੇ ਬੈਠੇ ਫਿਜ਼ੀਕਲ ਉੱਤੇ ਸਿੰਘਾਸਣ ਤੇ ਬੈਠੇ ਰੱਬ ਜੀ ਦੀ ਕਚਹਿਰੀ ਤੇ ਹੋ ਨਹੀਂ ਸਕਦੀ ਹੈਗੀ ਹੈ। ਇਹ ਮਨੁੱਖ ਦੇ ਅੰਦਰ ਹੀ ਐਸੀ ਦਰਗਾਹ ਹੈ। ਮਨੁੱਖ ਦੇ ਅੰਦਰ ਇਨਸਾਫ ਦੀ ਤਕੜੀ ਤਰਾਜੂ ਲੱਗਿਆ ਹੋਇਆ। ਗੁਰਬਾਣੀ ਦਾ ਫੈਸਲਾ ਹੈਗਾ, ਕਹਿੰਦੇ ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਓ। ਗੁਰਮਤਿ ਦਾ ਸਿਧਾਂਤ ਹੈ ਘਟ ਘਟ ਮੇਂ ਹਰਜੂ ਵਸੈ। ਗੁਰਮਤਿ ਦਾ ਸਿਧਾਂਤ ਹੈ ਸੱਚ ਅਤੇ ਰੱਬੀ ਗੁਣਾਂ ਦਾ ਖਜ਼ਾਨਾ ਸਾਡੇ ਅੰਦਰ ਹੈ। ਸਾਡੇ ਅੰਦਰ ਨਿਮਰਤਾ, ਧੀਰਜ, ਸਹਿਨਸ਼ੀਲਤਾ, ਸੰਤੋਖ, ਮਿੱਠ ਬੋਲਣਾ, ਸ਼ਾਂਤੀ, ਪੀਸ, ਹੈਪੀਨੈਸ, ਲਵ, ਬਲਿਸ, ਇਹ ਸਾਡੀ ਅਸਲੀਅਤ ਹੈ। ਇਹ ਸਾਡੀ ਓਥੈਂਟਿਕ ਸੈਲਫ ਹੈ। ਜਿਵੇਂ ਗੁਰੂ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਇਹ ਨਾਮ ਕੀ ਅੰਸ, ਇਹੋ ਹੀ ਰੱਬੀ ਨਿਆਂ ਦੀ ਤਕੜੀ ਕੁਦਰਤੀ ਜਸਟਿਸ ਤਰਾਜੂ ਸਾਡੇ ਮਨੁੱਖ ਦੇ ਅੰਦਰ ਹੈ। ਇਹ ਗੁਣਾਂ ਦਾ ਖਜ਼ਾਨਾ, ਇਹ ਰੱਬ ਜੀ ਦੀ ਤਕੜੀ ਹੈ। ਇਹ ਰੱਬ ਜੀ ਦਾ ਨਿਆਂ ਸਿਸਟਮ ਸਾਡੇ ਅੰਦਰ ਹੈ। ਅਸੀਂ ਅੰਦਰ ਬੈਠੇ ਦਰਗਾਹ, ਜਿਸ ਨੂੰ ਅਸੀਂ ਅੰਦਰ ਬੈਠੇ ਦਰਗਾਹ ਮੰਨਦੇ ਹਾਂ, ਇਸੇ ਨੂੰ ਕਹਿੰਦੇ ਆ ਸਾਡੇ ਅੰਦਰਲੀ ਦਰਗਾਹ। ਤੇ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਬਈ ਇਸੇ ਦਰਗਾਹ ਅੰਦਰ ਮਨੁੱਖ ਨੂੰ ਕੀਤੇ ਕਰਮਾਂ ਦਾ ਫੈਸਲਾ ਹੋਣਾ। ਇਸੇ ਦਰਗਾਹ ਦੇ ਅੰਦਰ ਤੇਰੇ ਕੀਤੇ ਕਰਮਾਂ ਦੀ ਪਰਖ ਹੋਣੀ ਹੈ। ਜੈਸਾ ਕੋਈ ਕਰਮ ਕਰੇਗਾ ਤੈਸਾ ਉਸ ਨੂੰ ਫਲ ਮਿਲੇਗਾ, ਕਿਉਂਕਿ ਜਿਹੜੀ ਮਾਪ ਤੋਲ ਦੀ ਤਕੜੀ ਆ ਤੇਰੇ ਅੰਦਰ ਦੇ ਜਿਹੜੇ ਆਪਾਂ ਗੁਣਾਂ ਦੀ ਗੱਲ ਕੀਤੀ ਹੈ, ਤੈਨੂੰ ਉੱਥੇ ਪੂਰਾ ਉਤਰਨਾ ਪੈਣਾ। ਜੇ ਤੂੰ ਨਹੀਂ ਪੂਰਾ ਉਤਰਦਾ ਤਾਂ ਤੈਨੂੰ ਖੁਸ਼ੀਆਂ ਖੇੜਾ ਨਹੀਂ ਮਿਲਣਾ, ਤੈਨੂੰ ਕਨਸੀਕੁਐਂਸਸ ਇੱਥੇ ਫੇਸ ਕਰਨੇ ਪੈਂਦੇ ਨੇ। ਐਂਡ ਦੇਅਰ ਇਜ਼ ਨੋ ਐਕਸੈਪਸ਼ਨ। ਹੁਣ ਜਿਹੇ ਜੇ ਅਸੀਂ ਕੋਈ ਕੰਮ ਕਰਦੇ ਹਾਂ, ਫॉर ਐਗਜ਼ਾਮਪਲ ਚਾਹੇ ਤੇ ਅਸੀਂ ਦੂਜਿਆਂ ਨਾਲ ਮਿੱਠਾ ਬੋਲਦੇ ਹਾਂ ਤੇ ਜਾਂ ਅਸੀਂ ਹੇਟਰੇਟ ਕਰਦੇ ਹਾਂ ਤੇ ਕੌੜਾ ਬੋਲਦੇ ਹਾਂ, ਜਾਂ ਅਸੀਂ ਨਿਮਰਤਾ ਵਿੱਚ ਰਹਿੰਦੇ ਹਾਂ ਜਾਂ ਅਸੀਂ ਕ੍ਰੋਧ ਕਰਦੇ ਹਾਂ, ਐਂਗਰ ਦਿਖਾਉਂਦੇ ਹੈਗੇ ਹਾਂ, ਜਾਂ ਅਸੀਂ ਇਮਾਨਦਾਰੀ ਦਾ ਜੀਵਨ ਜੀਂਦੇ ਹਾਂ ਤੇ ਜਾਂ ਅਸੀਂ ਚੀਟਿੰਗ ਕਰਦੇ ਹਾਂ। ਇਹ ਸਾਰਾ ਕੁਝ ਕਰਨਾ ਹਰਪ੍ਰੀਤ ਜੀ ਮਨੁੱਖ ਦੇ ਵੱਸ 'ਚ ਹੈ। ਇਹ ਸਾਡੇ ਵੱਸ 'ਚ ਹੈ 100%। ਸਾਡੇ ਵੱਸ 'ਚ ਹੈਗਾ, ਪਰ ਇਹਦਾ ਕਨਸੀਕੁਐਂਸਸ ਕੀ ਹੈ ਉਹ ਫੇਸ ਕਰਨਾ ਮਨੁੱਖ ਦੇ ਉੱਕਾ ਹੀ ਵੱਸ ਨਹੀਂ ਹੈ। ਇਹਨਾਂ ਗੁਰਮਤਿ ਦਾ ਸਿਧਾਂਤ ਹੈ। ਕੈਸੇ ਕਰਮ ਕਰਨੇ ਵੱਸ 'ਚ ਆ, ਪਰ ਉਹਦਾ ਫਲ ਕੀ ਮਿਲਣਾ ਹੈਗਾ, ਕਨਸੀਕੁਐਂਸਸ ਹੈ, ਇਹ ਸਾਡੇ ਵੱਸ 'ਚ ਨਹੀਂ ਗਏ। ਇਹ ਕੁਦਰਤ ਦੇ ਨਿਯਮ ਦੇ ਅਨੁਸਾਰ ਮਿਲਣੇ ਹੈਗੇ। ਦਿਸ ਇਜ਼ ਦ ਮੋਸਟ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਆਪਾਂ ਨੂੰ ਇਸ ਵਿਚਾਰ ਦੇ ਵਿੱਚੋਂ ਸਮਝਣ ਦੀ ਲੋੜ ਹੈ। ਜਦੋਂ ਅਸੀਂ ਗੁਰਬਾਣੀ ਦਾ ਹੈ ਵੀ ਜਦੋਂ ਵੀ ਅਸੀਂ ਐਂਗਰੀ ਹਾਂ, ਕ੍ਰੋਧ ਕਰਦੇ ਹਾਂ, what are the consequences? ਹੁਣ ਜਦੋਂ ਅਸੀਂ ਵੀ ਆਰ ਐਂਗਰੀ, ਕ੍ਰੋਧੀ ਹਾਂ ਤੇ ਕਨਸੀਕੁਐਂਸ, ਹੁਣ ਮੈਡੀਕਲ ਸਪੈਸ਼ਲਿਸਟ ਜਿਹੜਾ ਕੋਈ ਸਾਈਕੋਲੋਜਿਸਟ ਹੈ ਨਾ,
ਜੇ ਅਸੀਂ ਉਹਨੂੰ ਪੁੱਛਾਂਗੇ ਤਾਂ ਉਹ ਦੱਸੇਗਾ ਕਿ ਇਹ ਮੈਨ ਤੇਰੇ ਦੈਟ ਪ੍ਰੋਡਿਊਸਸ ਨੈਗੇਟਿਵ ਕੈਮੀਕਲ ਸਾਡੇ Right. ਹੈ ਨਾ, ਜਿਹੜੇ ਉਹ ਕੈਮੀਕਲ ਸਾਡੇ ਅੰਦਰ ਸਟ੍ਰੈਸ, ਐਂਗਜ਼ਾਇਟੀ, ਟੈਨਸ਼ਨ ਇਹ ਕ੍ਰੀਏਟ ਕਰਦੇ ਨੇ। ਜੇ ਅਸੀਂ ਉਹਨਾਂ ਨੂੰ ਕੰਟਰੋਲ ਨਹੀਂ ਕਰਦੇ ਤਾਂ ਡਿਪਰੈਸ਼ਨ, ਸੁਇਸਾਈਡ, ਆਤਮਕ ਮੌਤ ਤੱਕ ਅਸੀਂ ਪਹੁੰਚ ਚਲੇ ਜਾਂਦੇ ਜਾਂਦੇ, ਹੈਗੇ ਜੀ। ਹਾਂ। ਪਰ ਗੁਰਬਾਣੀ ਪਾਤਸ਼ਾਹ ਠੀਕ ਹੈ, ਮੈਡੀਕਲ ਸਾਈਕੋਲੋਜਿਸਟ ਨਹੀਂ, ਪਰ ਸਿਧਾਂਤ ਉਹੋ ਹੀ ਹੈ ਗੁਰਮਤ ਦਾ। ਜੀ ਇਹ ਸਾਹਮਣੇ ਸਿਧਾਂਤ ਉਹੋ ਹੀ ਹੈ। ਜੀ। ਪਰ ਇਹ ਹੈ ਨਾ ਵੀ ਜਦੋਂ ਸਾਡੇ ਅੰਦਰ ਈਰਖਾ, ਜੈਲਸ ਹੈ, ਸਾੜਾ, ਐਂਗਰ ਹੈ, ਕ੍ਰੋਧੀਆਂ, ਲਾਲਚ ਹੈ, ਚੀਟਿੰਗ ਵਾਲੀ ਸਾਡੀ ਸੋਚ ਹੈਗੀ ਆ, ਅਸੀਂ ਰੱਬ ਦੀ ਅੰਦਰਲੀ ਦਰਗਾਹ ਅੰਦਰ ਖੋਟੇ ਸਿੱਕੇ ਦੀ ਤਰ੍ਹਾਂ ਹੈਗੇ। ਜਦੋਂ ਸਾਡੀਆਂ ਸੋਚ ਐਸੀ ਹੈਗੀ ਨਾ, ਜੀ। ਜਿਹੜੇ ਰੱਬੀ ਦਰਗਾਹ ਸਾਡੇ ਅੰਦਰ ਆ, ਉੱਥੇ ਖੋਟੇ ਸਿੱਕੇ ਦੀ ਤਰ੍ਹਾਂ ਖੋਟਾ ਸਿੱਕਾ ਉੱਥੇ ਫਿਰ ਪ੍ਰਵਾਨ ਨਹੀਂ ਹੁੰਦਾ। ਜੀ ਗੁਰੂ ਸਾਹਿਬ ਦਾ ਗੁਰਬਾਣੀ ਦਾ ਫੈਸਲਾ ਹੈਗਾ, ਬੜਾ ਕਲੀਅਰ ਹੈ, ਨਾਨਕ ਜੀ ਉਪਾਇ ਕੇ ਲਿਖਨਾਵੇ ਧਰਮ ਬਹਾਲਿਆ। ਜੀ। ਇਹ ਅੰਦਰ ਸਾਡੇ ਦਰਗਾਹ ਤਕੜੀ ਤਰਾਜੂ ਹੈ, ਇਹ ਸਾਡੇ ਅੰਦਰ ਰੱਬ ਜੀ ਨੇ ਪੈਦਾ ਬਿਠਾਇਆ ਹੋਇਆ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਜਜਮਾਲਿਆ ਹੁੰਦਾ, ਜਜਮਾਲਿਆ ਔਗਣਾ ਪਰਾ ਕੁਕਰਮੀ ਬੰਦਾ ਹੈ ਨਾ। ਕਹਿੰਦੇ ਮਨੁੱਖ ਅੰਦਰ ਕੁਦਰਤ ਦਾ ਜਸਟਿਸ ਸਿਸਟਮ ਕਾਇਮ ਕੀਤਾ ਹੋਇਆ, ਜਿਹਨੂੰ ਅਸੀਂ ਦਰਗਾਹ ਆਖਦੇ ਹਾਂ। ਇਸ ਰੱਬੀ ਨਿਆਂ ਪ੍ਰਣਾਲੀ ਅੰਦਰ ਸੱਚ ਹੀ ਪ੍ਰਵਾਨ ਹੁੰਦਾ ਜੀ, ਹੈ ਨਾ, ਸੱਚ ਹੀ ਪ੍ਰਵਾਨ ਹੁੰਦਾ। ਜਿਵੇਂ ਜਿਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ ਗੁਰੂ ਦੇ ਦੱਸੇ ਮਾਰਗ ਤੇ ਜਿਉਂਦੇ ਨੇ, ਉਹ ਜੀਵਨ ਅੰਦਰ ਪੀਸ, ਹੈਪੀਨੈਸ, ਖੁਸ਼ੀਆਂ, ਖੇੜਾ, ਆਨੰਦਮਈ ਜੀਵਨ ਜੀਉ ਸਕਦੇ ਨੇ। ਜੀ। ਕਹਿੰਦੇ ਜੀਵਤ ਮਰੇ ਦਰਗਾਹ ਪ੍ਰਵਾਨ, ਉਸ ਦਰਗਾਹ ਅੰਦਰ ਜੀਵਤ ਮਰੇ ਆਪਣੀ ਹਉਮੈ ਛੱਡ ਕੇ। ਜੀ। ਇਸ ਦੇ ਉਲਟ ਜੇ ਅਸੀਂ ਔਗੁਣਾ ਭਰੇ ਹੈਗੇ ਆ, ਹਉਮੈ ਆ ਸਾਡੇ 'ਚ, ਹਉਮੈ ਗ੍ਰਸਟ ਹੈ, ਈਗੋਇਸਟਿਕ ਹੈ, ਕੁਕਰਮ ਕਰਦੇ ਆ, ਆਤਮਿਕ ਤੌਰ ਤੇ ਅਸੀਂ ਸਟ੍ਰੈਸ, ਡਿਪਰੈਸ਼ਨ, ਵਰੀਜ਼, ਐਂਗਜ਼ਾਇਟੀ ਸਫਰ ਕਰਦੇ ਆ। ਕਹਿੰਦੇ ਆਤਮਿਕ ਮੌਤ ਤੇ ਗੁਰੂ ਸਾਹਿਬ ਕਹਿੰਦੇ ਨੇ ਤੁਸੀਂ ਮਰ ਜਾਂਦੇ ਹਨ। ਜੀ। ਮਨਮੁਖ ਕਰਮ ਕਮਾਉਂਦੇ ਦਰਗਾਹ ਮਿਲੇ ਸਜਾਏ। ਸਾਨੂੰ ਇਸ ਕਚਹਿਰੀ ਦੇ ਵਿੱਚ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸਾਨੂੰ ਪੇਸ਼ ਹੋਣਾ ਪੈਂਦਾ ਹੈ। ਜੀ। ਅੱਗੇ ਗੁਰੂ ਸਾਹਿਬ ਕਹਿੰਦੇ ਮੇਰਾ ਪ੍ਰਭ ਅੰਦਰ ਬੈਠਾ ਵੇਖੇ, ਹੈ ਨਾ। ਆਈ ਥਿੰਕ ਇਹਦੀ ਹਰਪ੍ਰੀਤ ਜੀ ਸਿੰਪਲੀ ਇਹਨੂੰ ਸਮਝਣ ਦੀ ਇਹ ਹੈਗੀ ਹੈ ਬਈ ਜੋ ਅਸੀਂ ਕੁਕਰਮ ਕਰਦੇ ਆ ਨਾ, ਕੌਨਸ਼ੀਅਸਲੀ ਉਹ ਤੋਂ ਅਸੀਂ ਭੱਜ ਨਹੀਂ ਸਕਦੇ। ਕੌਨਸ਼ੀਅਸਲੀ ਉਸ ਤੋਂ ਅਸੀਂ ਭੱਜ ਨਹੀਂ ਸਕਦੇ। ਮੇਰਾ ਪ੍ਰਭ ਅੰਦਰ ਬੈਠਾ ਦੇਖੇ। ਸਪਿਰਚੁਅਲ ਭਰਨ ਦੀ ਦੁਨੀਆ ਅੰਦਰ ਪੀਸ, ਹੈਪੀਨੈਸ, ਖੁਸ਼ੀਆਂ, ਖੇੜਾ, ਸਟ੍ਰੈਸ, ਚਿੰਤਾ ਬਰੀ ਫਰੀ ਜੀਵਨ ਜਿਉਣਾ ਤਾਂ ਆਪਣੀ ਅੰਦਰਲੀ ਦਰਗਾਹ ਅੰਦਰ ਪ੍ਰਵਾਨ ਹੋਣਾ ਹੈ। ਠੀਕ। ਸਾਨੂੰ ਉਹ ਗੁਣ ਪੈਦਾ ਕਰਨੇ ਹੈਗੇ, ਨਹੀਂ ਤਾਂ ਸਾਨੂੰ ਸਟ੍ਰੈਸ, ਡਿਪਰੈਸ਼ਨ ਜਿਹੜੀ ਹਮੇਸ਼ਾ ਰਹੇਗੀ। ਇੱਕ ਇੱਥੇ ਮੈਂ ਹਰਪ੍ਰੀਤ ਜੀ ਇੱਕ ਵੱਡੀ ਗੱਲ ਕਰਨੀ ਚਾਹੁੰਦਾ ਹੈਗਾ। ਸਿੱਖ ਵਿਚਾਰਧਾਰਾ ਅੰਦਰ ਨਾ ਅਸੀਂ ਇੱਕ ਬੜੀ ਵੱਡੀ ਭੁੱਲ ਕਰ ਜਾਂਦੇ ਹਾਂ। ਜੀ। ਬਹੁਤ ਵਾਰ ਵਿਚਾਰ ਕਰਦੇ ਆਂ ਕਿ ਗੁਰਬਾਣੀ ਇੱਕ ਪੋਇਟਿਕ ਫਾਰਮ ਆ, ਜਿਹੜਾ ਨਾ ਮੈਥਡੋਲੋਜੀ ਆਪਾਂ ਪਿੱਛੇ ਵੀ ਗੱਲ ਕੀਤੀ ਹੈਗੀ ਹੈ ਨਾ ਜੀ। ਜਿਵੇਂ ਗੁਰਬਾਣੀ ਅੰਦਰ ਦਰਗਾਹ ਲਫ਼ਜ਼ ਆ ਜਿਹੜਾ, ਇਹ ਬਹੁਤ ਵਾਰੀ ਵਰਤਿਆ ਗਿਆ। ਵੀ ਇਹਦਾ ਮਤਲਬ ਇਹ ਹੈ ਕਿ ਗੁਰਬਾਣੀ, ਗੁਰੂ ਨਾਨਕ ਪਾਤਸ਼ਾਹ ਜੇ ਲਫ਼ਜ਼ ਵਰਤਦੇ ਨੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਜਿਹੜੇ ਉੱਪਰ ਬੈਠੇ ਕਿਸੇ ਰੱਬ ਦੀ ਦਰਗਾਹ ਦੇ ਨਾਲ ਸਹਿਮਤ ਨੇ। ਉਹ ਬਿਲਕੁਲ ਸਹਿਮਤ ਨਹੀਂ ਗੇ ਉਸ ਦੇ ਨਾਲ। ਹੁਣ ਇਹਦੇ ਮਤਲਬ ਇੱਕ ਦੋ ਟਾਈਮ ਦੇ ਹਿਸਾਬ ਨਾਲ ਆਪਾਂ ਇੱਕ ਦੋ ਵਿਚਾਰ ਕਰ ਸਕਦੇ ਹੈਗੇ ਆ ਬਈ ਅਸੀਂ ਕਿੱਥੋਂ ਭੁਲੇਖਾ ਖਾਂਦੇ ਹੈਗੇ, ਹੈ ਨਾ। ਗੁਰੂ ਨਾਨਕ ਪਾਤਸ਼ਾਹ ਦਾ ਸ਼ਲੋਕ ਹੈ, ਵੇਦ ਪੁਕਾਰੇ ਪੁੰਨ ਪਾਪ, ਸੁਰਗ ਨਰਕ ਕਾ ਬੀਓ। ਜੀ। ਇਹਦਾ ਭਾਵ ਕਿ ਗੁਰੂ ਸਾਹਿਬ ਕਹਿੰਦੇ ਨੇ ਵੇਦਾਂ ਦੀ ਇਹ ਤਾਲੀਮ ਹੈ, ਵੇਦਾਂ ਦੀ ਇਹ ਸਿੱਖਿਆ, ਵੇਦਾਂ ਦਾ ਇਹ ਉਪਦੇਸ਼ ਹੈ ਵੀ ਮਨੁੱਖ ਦਾ ਕੀਤਾ ਹੋਇਆ ਪੁੰਨ ਕਰਮ ਉਸ ਦੇ ਸਵਰਗ ਜਾਣ ਦਾ ਸਬੰਧ ਬਣਦਾ ਹੈ, ਕਾਰਨ ਬਣਦਾ ਹੈ। ਕੀਤਾ ਹੋਇਆ ਪਾਪ ਉਸ ਦੇ ਨਰਕ ਵਿੱਚ ਜਾਣ ਦਾ ਕਾਰਨ ਬਣਦਾ ਹੈ। ਇਹ ਕਹਿੰਦੇ ਇਹ ਤਾਂ ਇੱਕ ਵਪਾਰ ਦੀ ਤਰ੍ਹਾਂ, ਇਹ ਵੇਦਾਂ ਦਾ ਵਿਚਾਰ ਹੈ, ਗੁਰੂ ਦਾ ਵਿਚਾਰ ਨਹੀਂ ਹੈ। ਜੀ। ਅੱਛਾ, ਗੁਰੂ ਸਾਹਿਬ ਕਹਿੰਦੇ ਨੇ ਮੇਰਾ ਵਿਚਾਰ ਕੀ ਹੈ ਉਸੇ ਸ਼ਬਦ ਦੇ ਅੰਦਰ। ਜੀ। ਕੀ ਕਹਿੰਦੇ ਨੇ ਉਹ, ਸੱਚ ਬੀਜੇ ਸੱਚ ਉਗਵੇ ਦਰਗਾਹ ਪਾਈਏ ਥਾਓ। ਠੀਕ। ਅਸਲੀਅਤ ਇਹ ਹੈ ਕਿ ਮੇਰੇ ਵਿਚਾਰ ਇਹ ਹਨ ਕਿ ਜੋ ਸੱਚਾ ਗਿਆਨ ਲੈਂਦਾ ਹੈ, ਰੱਬੀ ਗੁਣਾਂ ਨਾਲ ਸਾਂਝ ਪਾਉਂਦਾ ਹੈ, ਹੁਕਮ ਅੰਦਰ ਜਿਉਂਦਾ, ਉਹ ਰੱਬ ਦੀ ਦਰਗਾਹ ਅੰਦਰ ਪ੍ਰਵਾਨ ਹੋ ਜਾਂਦਾ ਹੈ, ਹੈ ਨਾ। ਤੇ ਇਹ ਮਤਲਬ ਜੇ ਅਸੀਂ ਇਸੇ ਨੂੰ ਪਹਿਲੀ ਤੁਕ ਨੂੰ ਗੁਰੂ ਦਾ ਸਿਧਾਂਤ ਮੰਨ ਲਈਏ, ਇੱਕ ਬੜੀ ਵੱਡੀ ਭੁੱਲ, ਉਹਦੇ ਵਿੱਚ ਬੜੀ ਵੱਡੀ ਭੁੱਲ ਹੋਏਗੀ। ਅੱਗੇ ਆਪਾਂ ਹਰ ਰੋਜ਼ ਪੜ੍ਹਦੇ ਹੈਗੇ ਆ, ਗੁਰਬਾਣੀ ਦੇ ਵਿੱਚ ਸੁਣਦੇ ਹੈਗੇ ਆ, ਪਤਾਲਾਂ ਪਤਾਲ ਲਸਕ ਅਗਾਸਾਂ ਅਗਾਸ, ਹੋਰ ਕੋੜ ਕਪਾਲ ਥਕੇ,
ਵੀ ਇਹ ਗੁਰੂ ਸਾਹਿਬ ਕਹਿੰਦੇ ਨੇ ਇਹ ਵੇਦਾਂ ਦਾ ਸਿਧਾਂਤ ਹੈਗਾ ਬਈ ਲੱਖਾਂ ਪਤਾਲ ਲੱਖਾਂ ਹੀ ਆਕਾਸ਼ ਨੇ, ਅਨੇਕਾਂ ਰਿਸ਼ੀਆਂ ਮੁਨੀਆਂ ਇਹਨਾਂ ਨੂੰ ਭਾਲ ਥੱਕੇ ਨੇ, ਕਿਸੇ ਨੂੰ ਅੰਤ ਨਹੀਂ ਲੱਭਿਆ ਹੈਗਾ। ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਕਹਿੰਦੇ ਨੇ, ਉਹ ਕਹਿੰਦੇ ਲੇਖਾ ਹੋਏ ਤਾਂ ਲਿਖੇ ਮੈਂ 14 ਬਿਲੀਅਨ ਈਅਰ ਹੋ ਗਏ, 2.2 ਬਿਲੀਅਨ ਕਿੰਨੇ ਪਲੈਨਟਸ ਨੇ। ਗੁਰੂ ਸਾਹਿਬ ਕਹਿੰਦੇ ਨੇ ਵੀ ਦੇਖੋ ਇਹ ਕਿਸੇ ਅਕਾਊਂਟ ਦੇ ਵਿੱਚ ਨਹੀਂ ਆਉਂਦਾ, ਇਹ ਕਿਸੇ ਲੇਖੇ ਵਿੱਚ ਨਹੀਂ ਆ ਸਕਦਾ, ਕੁਦਰਤ ਦਾ ਜਿਹੜਾ ਇੰਨਾ ਵੱਡਾ ਹੈਗਾ। ਸੋ ਉਸ ਨੂੰ ਗੁਰੂ ਦੀ ਸਿਧਾਂਤ ਸਮਝ ਲੈਣਾ, ਇਸੇ ਤਰ੍ਹਾਂ ਦਰਗਾਹ ਦੀ ਗੱਲ ਕਰਦੇ ਉਸ ਨੂੰ ਗੁਰੂ ਦਾ ਸਿਧਾਂਤ ਸਮਝ ਲੈਣਾ ਇੱਕ ਬੜੀ ਵੱਡੀ ਭੁੱਲ ਹੈਗੀ ਹੈ। ਤੇ ਇਹਦੇ 'ਚ ਜੇ ਅਸੀਂ ਇਸ ਨੂੰ 2 ਮਿੰਟਾਂ 'ਚ ਹਰਪ੍ਰੀਤ ਜੀ ਸਮਰਾਈਜ਼ ਕਰ ਦਈਏ ਕਿ ਮਨੁੱਖ ਮਰਨ ਤੋਂ ਬਾਅਦ ਕੀ ਵਾਪਰਦਾ, ਉਹਨੂੰ ਕੀ ਸਜ਼ਾਵਾਂ ਮਿਲਦੀਆਂ, ਕੀ ਰਿਵਾਰਡ ਮਿਲਦਾ, ਫੀਅਰ ਗਿਲਟ ਕ੍ਰੀਏਟ ਕਰਕੇ ਮਨੁੱਖ ਨੂੰ ਇੱਕ ਅਸੀਂ ਉਹਨੂੰ ਗੁੰਮਰਾਹ ਕੀਤਾ ਗਿਆ ਹੈਗਾ, ਮੈਨੀਪੂਲੇਟ ਕੀਤਾ ਹੈ। ਔਰ ਇਹਨਾਂ ਵਹਿਮਾਂ ਭਰਮਾਂ 'ਚ ਬੰਦਾ ਪਿਆ ਹੈਗਾ, ਸੱਚ ਤੋਂ ਟੁੱਟਿਆ ਫਿਰਦਾ ਤੇ ਖੁਸ਼ੀ ਅੰਦਰ ਨਹੀਂ ਭਟਕਦਾ ਫਿਰਦਾ ਹੈ। ਤੇ ਇਹਨਾਂ ਜਿਹੜਾ ਹੈਗਾ ਅੰਦਰਲੀ ਜਿਹੜੀ ਕੌਨਸ਼ੀਅਸ ਆਤਮਾ ਰੱਬੀ ਦਰਗਾਹ ਅੰਦਰ ਪ੍ਰਵਾਨ ਹੋਣਾ ਹੀ ਜਿਹੜੀ ਸਾਡੀ ਸਕਸੈਸ ਹੈਗੀ ਹੈ। ਜਿਹਨਾਂ ਕਹਿੰਦੇ ਨੇ ਮੇਰਾ ਪ੍ਰਭ ਅੰਦਰ ਬੈਠਾ ਵੇਖੇ, ਹੈ ਨਾ, ਅੰਦਰਲੀ ਜਿਹੜੀ ਤਕੜੀ ਹੈਗੀ ਤਰਾਜੂ ਉਸ ਤੇ ਸਾਨੂੰ ਪੂਰੇ ਉਤਰਨਾ ਪੈਂਦਾ। ਠੀਕ ਜੋ ਗੁਰੂ ਸਾਹਿਬ ਕਹਿੰਦੇ ਨੇ ਜੇ ਕੀਤਾ ਪਾਈਏ ਆਪਣਾ ਤਾਂ ਕਾਲ ਬੁਰੀ ਕਿਉਂ ਘੱਲੀਏ। ਵੀ ਜੇ ਸਾਨੂੰ ਪਤਾ ਹੈ, ਜੇ ਸਾਨੂੰ ਇਹ ਗਿਆਨ ਗੁਰੂ ਨੇ ਦਿੱਤਾ ਹੈਗਾ ਬਈ ਜੋ ਕੁਝ ਅਸੀਂ ਕਰਦੇ ਹਾਂ ਤੇ ਉਹਦਾ ਸਾਨੂੰ ਕਨਸੀਕੁਐਂਸਸ ਫੇਸ ਕਰਨਾ ਹੀ ਪੈਣਾ, ਤਾਂ ਸਾਨੂੰ ਉਹੋ ਜਿਹੇ ਮਾੜੇ ਕੰਮ ਨਹੀਂ ਕਰਨੇ ਪੈਂਦੇ। ਇਹ ਵਿਚਾਰ ਤੋਂ ਇਸ ਭੁਲੇਖੇ ਚ ਨਾ ਰਹੇ। ਇੱਥੇ ਮਤਲਬ ਇਹ ਵੀ ਵਿਚਾਰ ਤੋਂ ਇਹ ਵੀ ਨਿਕਲਦਾ ਹੈਗਾ ਵੀ ਇਸ ਭੁਲੇਖੇ 'ਚ ਨਾ ਰਹੇ, ਕੋਈ ਠੱਗੀਆਂ ਮਾਰ ਕੇ ਦੂਸਰਿਆਂ ਦਾ ਹੱਕ ਮਾਰ ਕੇ ਟੈਕਸ ਇਨਕਮ ਟੈਕਸ ਫਰਾਡ ਕਰਕੇ ਮੌਜਾਂ ਮਾਣ ਸਕਦਾ, ਕੋਈ ਨਹੀਂ ਮਾਣ ਸਕਦਾ। ਠੀਕ ਆ, ਕੋਈ ਤੁਸੀਂ ਦੇਖਦੇ ਹੋ ਵੱਡੇ ਅਲੀਸ਼ਾਨ ਬੰਗਲੇ 'ਚ ਰਹਿੰਦਾ ਹੈਗਾ, BMW ਦੀ ਸਵਾਰੀ ਕਰਦਾ ਹੈਗਾ ਤੇ ਉਹਦੀ ਕਮਿਊਨਿਟੀ ਦੇ ਵਿੱਚ ਕੁਝ ਚੌਧਰ ਵੀ ਹੈਗੀ ਆ, ਤੇ ਉਹਨੂੰ ਦੇਖ ਕੇ ਅਸੀਂ ਸਮਝ ਲੈਂਦੇ ਹਾਂ ਕਿ ਦੇਖੋ ਜੀ ਕਿੰਨੀਆਂ ਹੇਰਾ-ਫੇਰੀਆਂ ਕਰਦਾ, ਪਰ ਉਹਦੇ ਅੰਦਰ ਕੀ ਪਰੇਸ਼ਾਨੀ ਹੈ, ਕੁਝ ਪਤਾ ਨਹੀਂ, ਕੀ ਉਹਦੇ 'ਚ ਬੇਚੈਨੀ ਹੈ, ਕੀ ਉਹਦੇ 'ਚ ਟਰਮੋਇਲ ਆ, ਉਹਦਾ ਸਾਨੂੰ ਪਤਾ ਨਹੀਂ ਹੈ। ਗੁਰਮਤਿ ਕਹਿੰਦੀ ਹੈ ਬਈ ਉਹ ਬੰਦਾ ਕਦੇ ਸੁਖੀ ਰਹਿ ਨਹੀਂ ਸਕਦਾ, ਕਦੇ ਸੁਖੀ ਰਹਿ ਨਹੀਂ ਸਕਦਾ। ਤੇ ਇਸ ਕਰਕੇ ਸਾਨੂੰ ਪ੍ਰਤੂਤ ਕਸੂ ਸੀ ਕਿ ਮਾਨਸ ਜਾਤ ਜੇ ਕਿਸੇ ਦੇ ਐਸੇ ਇੰਨਾ ਹੀ ਗਿਰ ਚੁੱਕਿਆ ਆਪਣੇ ਆਤਮਿਕ ਤੌਰ ਤੇ, ਪਸ਼ੂ ਦੇ ਲੈਵਲ ਤੇ ਆ ਗਿਆ, ਉਹ ਤੇ ਸੁੱਖ ਉਦਾਂ ਹੀ ਨਹੀਂ ਮਾਣ ਸਕਦਾ। ਸੋ ਇਹ ਵੀ ਹੈ ਬਈ ਸਾਡੇ ਕਰਮ ਕਰਨੇ ਸਾਡੇ 100% ਆ, ਪਰ ਸਾਡੇ ਕਨਸੀਕੁਐਂਸਸ ਜਿਹੜੇ ਨੇ ਅਸੀਂ ਉਹਨੂੰ ਨਹੀਂ ਫੇਸ ਕਰ ਸਕਦੇ। ਸੋ ਇਸ ਦੀ ਸਾਰੀ ਵਿਚਾਰ ਤੋਂ ਇਹੀ ਨਿਕਲਦਾ ਹੈਗਾ ਕਿ ਸਾਡੇ ਅੰਦਰ ਜਿਹੜੀ ਰੱਬੀ ਦਰਗਾਹ ਉਹਦੇ 'ਚ ਪ੍ਰਵਾਨ ਹੋਣਾ ਹੈਗਾ। ਅਸੀਂ ਨੱਸ ਭੱਜ ਨਹੀਂ ਸਕਦੇ ਹੈਗੇ। ਸੋ ਬੁਰੇ ਕੰਮ ਸੋ ਕੀਤਾ ਪਾਈਏ ਆਪਣਾ ਤਾਂ ਕਾਲ ਬੁਰੀ ਕਿਉਂ ਘਾਲੀਏ, ਇਹਦੇ ਤੇ ਸਾਨੂੰ ਸਮਝਣ ਦੀ ਲੋੜ ਹੈਗੀ ਹੈ। ਬਿਲਕੁਲ ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਿੱਛੇ ਅੱਗੇ ਜਾ ਕੇ ਕੀ ਹੋਣਾ ਪਤਾ ਨਹੀਂ, ਪਰ ਜੇਕਰ ਇਹੀ ਚੀਜ਼ ਨੂੰ ਅਸੀਂ ਸਮਝੀਏ ਕਿ ਉਹ ਦਰਗਾਹ ਰੱਬ ਸਾਡੇ ਅੰਦਰ ਜਿਹੜਾ ਬੈਠਾ ਹੋਇਆ ਹੈ ਤੇ ਜੋ ਕੁਝ ਅਸੀਂ ਕਰ ਰਹੇ ਹਾਂ ਉਸ ਦਾ ਸਾਨੂੰ ਕੌਨਸੀਕੁਐਂਸ ਫੇਸ ਕਰਨਾ ਹੈ। ਕੌਨਸ਼ੀਅਸ ਹੈ, ਸਾਡੀ ਕੌਨਸ਼ੀਅਸ ਜ਼ਮੀਰ ਹੈ, ਆਤਮਾ ਉਹੀ ਗੱਲ ਆ ਗਈ ਕਿ ਉਹ ਫੇਰ ਗਿਲਟ ਜਿਹੜਾ ਕ੍ਰੀਏਟ ਕੀਤਾ ਜਾਂਦਾ ਹੈ ਉਹਦੇ ਕਾਰਨ ਪਰੇਸ਼ਾਨੀ ਹੋ ਰਹੀ ਹੈ। ਪਰ ਜਦੋਂ ਅਸੀਂ ਆਪਣੇ ਆਪ ਨੂੰ ਸਮਝ ਜਾਵਾਂਗੇ ਕਿ ਇਹ ਜੋ ਅਸੀਂ ਕਰ ਰਹੇ ਹਾਂ ਸਾਨੂੰ ਇੱਥੇ ਹੀ ਇਹਦਾ ਪਤਾ ਲੱਗ ਜਾਣਾ ਹੈ, ਤਾਂ ਆਟੋਮੈਟਿਕਲੀ ਤੁਹਾਡੇ 'ਚੋਂ ਫੇਰ ਗਿਲਟ ਖਤਮ ਹੋ ਜਾਏਗਾ ਤੇ ਤੁਸੀਂ ਉਸ ਦੀ ਰਜ਼ਾ ਵਿੱਚ ਉਸ ਨੂੰ ਸਮਝ ਕੇ ਆਪਣੇ ਆਤਮਿਕ ਜੀਵਨ ਵਿੱਚ ਤਰੱਕੀ ਕਰੋਗੇ। ਤੇ ਇਹੀ ਦਰਗਾਹ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604 603 7555 ਜਾਂ ਫਿਰ ਈਮੇਲ ਰਾਹੀਂ harpreetsingh@gmail.com। ਡਾਕਟਰ ਹਰਬੰਸ ਸਿੰਘ ਕੰਡੋਲਾ ਨਾਲ ਸਿੱਧੀ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ 6048391308 ਦੇ ਉੱਤੇ, ਤੇ ਇਹਨਾਂ ਦੇ ਸਾਰੇ ਪ੍ਰੋਗਰਾਮਸ ਤੁਸੀਂ youtube.com/harpreetsingh ਤੇ ਜਾ ਕੇ ਵੀ ਦੇਖ ਸਕਦੇ ਹੋ। ਸਾਡੇ ਨਾਲ ਸੰਪਰਕ ਤੁਸੀਂ ਸੋਸ਼ਲ ਮੀਡੀਆ ਤੇ ਵੀ ਬਣਾ ਸਕਦੇ ਹੋ, ਫੇਸਬੁੱਕ ਦੇ ਉੱਤੇ ਜਾਂ ਫਿਰ ਟਵਿੱਟਰ ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ। ਆਪ ਸਭ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਚਲਾਉਣ ਵਾਸਤੇ ਤੁਸੀਂ ਐਡਵਰਟਾਈਜ਼ਮੈਂਟਸ ਜਾਂ ਸਪਾਂਸਰਸ਼ਿਪ ਰਾਹੀਂ ਸਾਡਾ ਜ਼ਰੂਰ ਸਹਿਯੋਗ ਦਿਓ, ਤਾਂ ਕਿ ਨਿਰੰਤਰ ਅਸੀਂ ਇਹ ਪ੍ਰੋਗਰਾਮਸ ਲੈ ਕੇ ਹਾਜ਼ਰ ਹੁੰਦੇ ਰਹੀਏ। ਤਕਰੀਬਨ 680 ਪ੍ਰੋਗਰਾਮਸ ਅਸੀਂ ਤੁਹਾਡੇ ਤੱਕ ਪਿਛਲੇ 3 ਸਾਲਾਂ ਤੱਕ ਤੋਂ ਲੈ ਕੇ ਆ ਚੁੱਕੇ ਹਾਂ, ਤੇ ਸਾਨੂੰ ਬੜਾ ਮਾਣ ਹੈ ਕਿ ਤੁਹਾਡੇ ਵੱਲੋਂ ਜੋ ਨਿਰੰਤਰ ਸਹਿਯੋਗ ਮਿਲ ਰਿਹਾ ਹੈ ਉਸ ਵਿੱਚ ਅਸੀਂ ਕਾਮਯਾਬ ਹੋ ਰਹੇ ਹਾਂ ਤੁਹਾਡੇ ਤੱਕ ਮੈਸੇਜ ਪਹੁੰਚਾਉਣ ਦਾ। ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਨਾ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।